ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। आसा श्री कबीर जियो के तिपदे 8 2 तुके 7 एक तुका एक एक ओंकार सतगुर प्रसाद। बिंद ते जिन पिंड किया अगन कुंड रहाया। 10 मास माता उदर राखिया। बाहर लागी माया बिंद ते जिन पिंड किया अगन कुंड रहाया। 10 मास माता उदर राखिया। बाहर लागी माया प्राणी काहे को लोभ लागे। रतन जन्म खोया पूरब जन्म कर्म ऊम बीज नहीं बोया। रहा बारक ते बिरद पया होना सो होया। जा जम आए झोट पकड़े तब है काहे रोया। जीवन की आस करह जम निहारे सासा। बाजी गरी संसार कबीरा चेत ढाल पासा। जीवन की आस करे जम निहारे सासा। बाजी गरी संसार कबीरा चेत ढाल पासा। वाहिगुरु जी का खालसा वाहिगुरु जी की फतेह। परम सत्कारयोग गुरु सवारी साध संगत जीओ। आप जी बड़े भागां वाले हो। धन धन साहिब श्री गुरु ग्रंथ साहिब जी महाराज जिन्हां ने अमृत वेले
सोहणे ਸਿੰਘਾਸਣ ਤੇ ਸੁਭਾਏਮਾਨ ਪ੍ਰਕਾਸ਼ਵਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਤਿਗੁਰ ਪਾਤਸ਼ਾਹ ਜੀ ਨੇ ਅੱਜ ਸਾਡੇ ਸਾਰਿਆਂ ਤੇ ਮਿਹਰ ਬਖਸ਼ਿਸ਼ ਕਰਦਿਆਂ ਹੋਇਆਂ ਇਹ ਪਾਵਨ ਅੰਮ੍ਰਿਤਮਈ ਬਚਨ ਪਾਵਨ ਮੁਖਵਾਕ ਬਖਸ਼ਿਸ਼ ਕੀਤੇ ਹਨ। ਸੋ ਆਪ ਸਮੂਹ ਸਾਧ ਸੰਗਤ ਨੇ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸੋ ਸਾਧ ਸੰਗਤ ਜੀਓ, ਆਪਾਂ ਸਾਰੇ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਜੋ ਸਤਿਗੁਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਇਹਨਾਂ ਪਾਵਨ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ ਤੇ ਇੱਕ ਵਾਰੀ ਸਾਰੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਸਾਧ ਸੰਗਤ ਜੋ ਇਹ ਅੱਜ ਦੇ ਅੰਮ੍ਰਿਤਮਈ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 481 ਤੇ ਸੁਭਾਏਮਾਨ ਹਨ। ਆਸਾ ਸ੍ਰੀ ਕਬੀਰ ਜੀਓ ਕੇ ਤਿਪ ਦੇ 8 2 ਤੁਕੇ 7 1 ਤੁਕਾ 1 ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਸਾਧ ਸੰਗਤ ਜੋ ਸਾਨੂੰ ਅੱਜ ਦੇ ਇਹਨਾਂ ਪਾਵਨ ਅੰਮ੍ਰਿਤਮਈ ਬਚਨਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਕੀ ਸਮਝਾਉਣ ਦਾ ਯਤਨ ਕੀਤਾ ਹੈ। ਸੋ ਇਹ ਜਿਹੜੀ ਬਾਣੀ ਹੈ ਕਬੀਰ ਸਾਹਿਬ ਜੀ ਦੀ ਬਾਣੀ ਹੈ, ਜੋ ਕਬੀਰ ਸਾਹਿਬ ਜੀ ਸਰਲੇਖ ਦੇ ਵਿੱਚ ਸਾਨੂੰ ਸਮਝਾ ਰਹੇ ਹਨ। ਆਓ ਇਸ ਸਰਲੇਖ ਦਾ ਤੇ ਭਾਵ ਸਰਲੋਕ ਦਾ ਕੀ ਭਾਵ ਬਣਨਾ ਹੈ ਇਸ ਨੂੰ ਸਮਝਣ ਦਾ ਯਤਨ ਕਰੀਏ। ਆਸਾ ਸ੍ਰੀ ਕਬੀਰ ਜੀਓ ਕੇ ਤਿਪ ਦੇ 8 2 ਤੁਕੇ 7 1 ਤੁਕਾ 1। ਆਸਾ ਰਾਗ ਹੈ, ਕਬੀਰ ਸਾਹਿਬ ਜੀ ਦੀ ਇਹ ਬਾਣੀ ਹੈ ਤੇ ਕਬੀਰ ਸਾਹਿਬ ਫਰਮਾਨ ਕਰਦੇ ਨੇ, ਭਾਈ ਇਸ ਬਾਣੀ ਦੇ ਵਿੱਚ ਤਿਪ ਦੇ ਭਾਵ 3 ਤੁਕਾਂ ਦੀ ਬਾਣੀ 8 ਵਾਰੀ ਆਵੇਗੀ, ਅੱਗੇ ਬਾਣੀ ਜੋ ਆਵੇਗੀ ਅਤੇ 2 ਤੁਕੇ ਵਾਲੀ ਕਬੀਰ ਸਾਹਿਬ ਦੇ ਜੋ ਬੋਲ ਹਨ ਇਹ 7 ਵਾਰੀ ਆਉਣਗੇ ਤੇ 1 ਤੁਕਾ ਭਾਵ 1 ਵਾਰੀ ਇਹ ਸ਼ਬਦ ਇਸ ਪਾਵਨ ਬਾਣੀ ਵਿੱਚ ਆਉਣਗੇ। ਅਤੇ ਅੱਗੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਈ ਇਹ ਆਪਾਂ ਸਾਰੇ ਭਲੀ ਭਾਂਤੀ ਜਾਣਦੇ ਹਾਂ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਹਾਂ, ਉਸ ਮਾਲਕ ਦੇ ਹੁਕਮ ਦੇ ਵਿੱਚ ਅਸੀਂ ਸੰਸਾਰ ਵਿੱਚ ਆਏ ਹਾਂ ਤੇ ਸਾਰਿਆਂ ਦਾ ਪਿਤਾ ਉਹ ਆਪ ਪਰਮਾਤਮਾ ਹੈ। ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਹੈ ਮੇਰੇ ਮਾਲਕ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਹੁ ਕਹਿ ਆਕਾੜਾ ਜੀਓ। ਸੋ ਸਾਧ ਸੰਗਤ ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, हे ਮੇਰੇ ਪਾਤਸ਼ਾਹ ਤੂੰ ਮੇਰਾ ਪਿਤਾ ਹੈ, ਤੂੰ ਹੀ ਮੇਰਾ ਮਾਤਾ ਪਾਲਣਹਾਰ ਹੈ ਅਤੇ ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ ਭਾਵ ਤੂੰ ਹੀ ਮੇਰਾ ਭਰਾ ਵੀ ਹੈ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਹੁ ਕਹਿ ਆਕਾੜਾ ਜੀਓ। हे ਮੇਰੇ ਪਾਤਸ਼ਾਹ ਜੀ ਆਪ ਹੀ ਸਾਰੇ ਸੰਸਾਰ ਦੀ ਪਾਲਣਹਾਰ ਕਰਨ ਵਾਲੇ ਆਪ ਪਿਤਾ ਪਰਮੇਸ਼ਰ ਹੋ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਸਮਝਾ ਰਹੇ ਨੇ, ਭਾਈ ਜਦੋਂ ਸਾਨੂੰ ਇਹ ਗੱਲ ਸਮਝ ਆ ਜਾਵੇ ਕਿ ਅਸੀਂ
सचमुच उस परमात्मा तो ही विछड़ के संसार विच आए हाँ ते ओ मेरा मालक आप ही सब कुछ कारण कारण परमेश्वर है। ते फिर इंसान नूं ये भी समझ आ जाएगी जिवें कबीर साहब ने सरलेख दे विच उस मालक उस परमात्मा दी मंगल उच्चारण भाव शोभा करदियां होइयां सानू समझाया है। एक ओंकार सतगुर प्रसाद भाव ओ परमात्मा एक है। जे उस नाल तू मिलाप करना चाहुंदा है, जे परमात्मा विच लीन होना चाहुंदा है, परमात्मा नू मिलना चाहुंदा है, ते फिर तू गुरु दी शरण विच आ जा। धन धन साहिब श्री गुरु ग्रंथ साहिब महाराज जी दी पावन शरण विच आ ते गुरु दी किरपा दे नाल उस मालिक दे नाल तेरा मिलाप हो जाएगा। बिंद ते जिन पिंड किया आगन कुंड रहाया। 10 मास माता उदर राखिया बाहुर लागी माया। साध संग जो कबीर साहब बड़ा सुंदर सानू फरमान करते हैं। बिंद ते दिन पिंड किया आगन कुंड रहाया। जिस प्रभु ने साडे ते किरपा कीती ते एक पिता दी एक बूंद तो तेरा शरीर मां दे गर्भ दे विच उस मालिक दी किरपा दे नाल मालिक ने मेहर कीती ते तेरा शरीर बना दिता। मां दे पेट दी जिहड़ी अग दे कुंड विच तैनू उस मालिक ने अपने हाथ दी रखिया दे नाल गुरु पातशाह दी बाणी सानू समझा रही है कि उस मालिक ने साडे ते किरपा कीती। भाव मां दी ढिड दी जिहड़ी अगन है, अगन कुंड जिस ते विच तैनू परमेश्वर ने बचाई रखिया। 10 महीने मां दे ढिड विच तेरी परमात्मा ने आप राखी कीती। उसनू तू विसार के जगत विच जन्म लैण ते तैनू माया ने आ दबिया। मां दे ढिड दे विच मां दे गर्भ दे विच ते परमात्मा ने तेरी राखी कीती। लेकिन जदों तेरा जन्म होया, तू जन्म लिया, जगत विच तू आया, जगत विच आउण दे नाल ही तैनू माया दे मोह दे जाल ने फसा लिया। हाले तेरियां अखां खुलियां ही हन कि तैनू मां दे दुध दी ते ढिड दी भुख दे लई तू तड़प उठिया, रो उठिया। लेकिन जिस परमात्मा ने, जिस मालिक ने तैनू 10 महीने मां दे गर्भ दे विच तेरी राखी कीती, तू उसनू एक छिण विच विसार दिता। इथों तिकर नहीं कबीर साहब सानू समझा रहे ने, भाई जदों तेरी आयु वधी ते तेरी रुचि खाण पीण खेडण दे विच हो गई, लेकिन फिर भी तू परमात्मा नू विसर गया। जदों जीवन जवानी दी अवस्था विच आया, उदों फिर तू कार ते काम क्रोध लोभ मोह दे वस पै गया। लेकिन हुण की कर सकदा है कि बुढ़ापा ने आके तैनू दब लिया। भगत भीखन जी बड़ा सुंदर फरमान करते हैं, नैनो नीर बह तन खीना भये केस दुधवानी रुदा कंठ शब्द नहीं उचरै अब क्या करे प्राणी। जेड़ी जीवन दी अवस्था सी, बचपन तू खेड दे विच गवाता, जवानी दे विच तू कमकार दे विच उलझिया रहा, लेकिन हुण भी बुढ़ापा आ गया, लेकिन हले भी तेरी रसना ते वाहिगुरु सतनाम दा जाप नहीं आया।
ਹਾਲੇ ਵੀ ਤੂੰ ਮਾਇਆ ਦੇ ਮੋਹ ਵਿੱਚ ਹੀ, ਭਾਵ ਜਨਮ ਲੈਣ ਤੋਂ ਬਾਅਦ ਤੈਨੂੰ ਮਾਇਆ ਨੇ ਦੱਬ ਲਿਆ, ਲੇਕਿਨ ਜੀਵਨ ਸਾਰਾ ਤੇਰਾ ਇਸੇ ਤਰ੍ਹਾਂ ਹੀ ਮਾਇਆ ਦੇ ਹੇਠ ਹੀ ਦੱਬਿਆ ਹੋਇਆ ਨਿਕਲ ਗਿਆ। ਲੇਕਿਨ ਤੂੰ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਪਰਮਾਤਮਾ ਤੋਂ ਤੂੰ ਬੇਮੁਖ ਹੋ ਗਿਆ। ਪ੍ਰਾਨੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਪੂਰਬ ਜਨਮ ਕਰਮ, ਭੂਮ ਬੀਜ ਨਾਹੀ ਬੋਇਆ। ਇਸ ਪਾਵਨ ਮੁਖਵਾਗ ਦੀਆਂ ਇਹ ਬੰਦਦੀਆਂ ਤੁਕਾਂ ਹਨ। ਪ੍ਰਾਨੀ ਸ਼ਬਦ ਦਾ ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਦਾਹਰਣ ਮਿਲਦਾ ਹੈ। ਭਗਤਾਂ ਨੇ ਵੀ ਪ੍ਰਾਣੀ ਉਚਾਰਨ ਕੀਤਾ ਹੈ, ਗੁਰੂ ਸਾਹਿਬਾਨ ਨੇ ਵੀ ਪ੍ਰਾਣੀ ਉਚਾਰਨ ਕੀਤਾ ਹੈ। ਇਸ ਜੀਵ ਨੂੰ ਸੰਬੋਧਿਤ ਕਰਦਿਆਂ ਹੋਇਆਂ ਸਮਝਾਇਆ ਹੈ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਤੇ ਇੱਥੇ ਵੀ ਕਬੀਰ ਸਾਹਿਬ ਪ੍ਰਾਣੀ ਕਾਹੇ ਕੋ ਲੋਭ ਲਾਗੇ, ਰਤਨ ਜਨਮ ਖੋਇਆ। ਇੱਥੇ ਵੀ ਕਬੀਰ ਸਾਹਿਬ ਸਾਨੂੰ ਇਹੋ ਸਮਝਾ ਰਹੇ ਹਨ, ਹੇ ਬੰਦੇ ਕਿਉਂ ਲੋਭ ਵਿੱਚ ਫਸਿਆ ਰਿਹਾ ਹੈ, ਤੂੰ ਕਿਉਂ ਲੋਭ ਦੇ ਵਿੱਚ ਫਸਦਾ ਜਾ ਰਿਹਾ ਹੈ। ਤੇਰਾ ਜਨਮ ਜਿਹੜਾ ਹੈ ਹੀਰੇ ਵਰਗਾ ਹੈ, ਹੀਰੇ ਵਰਗਾ ਜਨਮ ਹੈ, ਕੋਡੀ ਬਦਲੇ ਜਾਏ। ਤੂੰ ਆਪਣਾ ਹੀਰਿਆਂ ਵਰਗਾ ਜਨਮ ਐਵੇਂ ਹੀ ਗਵਾਈ ਜਾ ਰਿਹਾ ਹੈ। ਪਿਛਲੇ ਜਨਮ ਵਿੱਚ ਕੀਤੇ ਕਰਮਾਂ ਅਨੁਸਾਰ ਮਿਲੇ ਇਸ ਮਨੁੱਖਾ ਸਰੀਰ ਵਿੱਚ ਕਿਉਂ ਤੂੰ ਪ੍ਰਭੂ ਦਾ ਨਾਮ, ਇਸ ਹਿਰਦੇ ਰੂਪੀ ਘਰ ਵਿੱਚ ਕਿਉਂ ਪ੍ਰਮਾਤਮਾ ਦੇ ਨਾਮ ਦਾ ਬੀਜ ਕਿਉਂ ਨਹੀਂ ਬੀਜਦਾ। ਕਿਉਂਕਿ ਇਹ ਤੇ ਆਪਾਂ ਸਾਰੇ ਜਾਣਦੇ ਹਾਂ ਕਿ 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। 84 ਲੱਖ ਜੂਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦਕਾ। 84 ਲੱਖ ਜੂਨ ਭੋਗਣ ਤੋਂ ਬਾਅਦ ਇਹ ਤੇਰਾ ਜਨਮ, ਤੈਨੂੰ ਮਨੁੱਖਾਂ ਵਾਲਾ ਜਨਮ ਮਿਲਿਆ। ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ, ਤੇਰੇ ਪੁਰਬਲੇ ਜਨਮਾਂ ਦੇ ਕਰਮਾਂ ਦੇ ਅਨੁਸਾਰ ਤੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋ ਗਿਆ। ਲੇਕਿਨ ਸਰੀਰ ਤੇ ਤੈਨੂੰ ਪ੍ਰਾਪਤ ਹੋ ਗਿਆ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਲਿਆ ਤੂੰ ਹਲੇ ਵੀ ਇਸ ਹਿਰਦੇ ਰੂਪੀ ਘਰ ਵਿੱਚ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਪਾਤਸ਼ਾਹ ਜੀ ਦੀ ਬਾਣੀ ਸਮਝਾ ਰਹੀ ਹੈ, ਤੂੰ ਹਲੇ ਵੀ ਸੰਤੋਖ ਦਾ ਬੀਜ, ਪਰਮਾਤਮਾ ਦੇ ਨਾਮ ਦਾ ਬੀਜ ਇਸ ਹਿਰਦੇ ਰੂਪੀ ਘਰ ਵਿੱਚ ਨਹੀਂ ਬੋਇਆ। ਤੇ ਜਦੋਂ ਤੱਕ ਤੂੰ ਪਰਮਾਤਮਾ ਦੇ ਨਾਮ ਦਾ ਬੀਜ ਅੰਦਰ ਨਹੀਂ ਬੋਏਗਾ, ਉਦੋਂ ਤੱਕ ਤੇਰਾ ਇਹ ਜਿਹੜਾ 84 ਦਾ ਗੇੜਾ ਹੈ ਇਹ ਖਤਮ ਨਹੀਂ ਹੋ ਸਕਦਾ। ਇਹ ਖਤਮ ਤਾਈਓ ਹੋਵੇਗਾ ਜਦੋਂ ਅੰਦਰੋਂ ਤੇਰੇ ਇੱਕੋ ਇੱਕ ਆਵਾਜ਼ ਨਿਕਲੇ, ਸਤਨਾਮ ਵਾਹਿਗੁਰੂ। ਜਿਵੇਂ ਪਾਤਸ਼ਾਹ ਜੀ ਕਬੀਰ ਸਾਹਿਬ ਜੀ ਦੇ ਬੜੇ ਸੁੰਦਰ ਬਚਨ ਹਨ, कबीर तू तू करता तू हुआ, मुझ में रहा ना हूं। जब आपा पर का मिट गया, जत देखो तत तू। कबीर साहब दे बोलन जदों अंदरों तू तू दी आवाज़ निकलेगी, उदों सत समझो ये जेड़ा मनुखा जन्म है साडा सफला होवेगा। कबीर ना हम किया ना करेंगे, ना कर सके शरीर, क्या जानू क्या हर किया, भयो कबीर कबीर। उस पातशाह ने कबीर साहब ते किन्नी कृपा कर दी कि कबीर दा पूरे संसार दे विच ना प्रचलित करवा दिता। सो इसे करके गुरु पातशाह जी की बाणी सानू कई जगह समझा रही है कि असी जदों तिकर होमे नू खत्म नहीं करांगे, जदों मैनू खत्म नहीं करांगे, उदों तिकर भलिया गल नहीं बन सकती। रहाओ बारक ते बिरद भया, होना सो होया। जा जम आए झूठ पकड़े, तब हे काहे रोया।
ਇੱਥੇ ਵੀ ਕਬੀਰ ਸਾਹਿਬ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈ, ਪਿਛਲਾ ਬੀਤਿਆ ਸਮਾਂ ਤੇਰੇ ਹੱਥ ਨਹੀਂ ਆਉਣਾ। ਜਿਵੇਂ ਇਹ ਤੁਕ ਸਾਨੂੰ ਸਮਝਾ ਰਹੀ ਹੈ, ਬਾਰਕ ਤੇ ਬਿਰਧ ਪਿਆ ਹੋਣਾ ਸੋ ਹੋਇਆ, ਜਾਂ ਜਮ ਆਏ ਝੋਟ ਪਕੜੈ ਤਬ ਹੈ ਕਾਹੇ ਰੋਇਆ। ਹੁਣ ਇਹ ਜਿਹੜਾ ਜਨਮ ਹੈ ਇਹ ਤੇਰੇ ਹੱਥ ਨਹੀਂ ਆਉਣਾ, ਜਿਹੜਾ ਸਮਾਂ ਬੀਤ ਗਿਆ ਉਹ ਮੁੜ ਕੇ ਕਿਸੇ ਦੇ ਹੱਥ ਨਹੀਂ ਆਉਂਦਾ। ਜਿਵੇਂ ਕਹਾਵਤ ਦੇ ਰੂਪ ਦੇ ਵਿੱਚ ਕਹਿ ਲਈਏ, ਮੁਖੋਂ ਨਿਕਲੀ ਗੱਲ ਤੇ ਕਮਾਨ ਚੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦਾ। ਇਸੇ ਤਰ੍ਹਾਂ ਸਾਧ ਸੰਗਤ ਜੋ ਇਹ ਜਿਹੜੀ ਉਮਰ ਦਿਨੋਂ ਦਿਨੀ ਸਾਡੀ ਘਟਦੀ ਜਾ ਰਹੀ ਹੈ, ਅਸੀਂ ਬੜਾ ਮਾਣ ਕਰਦੇ ਹਾਂ ਕਿ ਅਸੀਂ 25 ਸਾਲਾਂ ਦੇ, 30 ਸਾਲਾਂ ਦੇ, 45 ਸਾਲਾਂ ਦੇ ਹੋ ਗਏ, ਲੇਕਿਨ ਸਾਧ ਸੰਗਤ ਜੋ ਅਸੀਂ ਆਪਣੀ ਉਮਰ ਨੂੰ ਸਮਝਦੇ ਹਾਂ ਵੱਧ ਰਹੀ ਹੈ, ਲੇਕਿਨ ਸਾਧ ਸੰਗਤ ਜੋ ਇਹ ਉਮਰ ਹਕੀਕਤ ਵਿੱਚ ਘਟਦੀ ਜਾ ਰਹੀ ਹੈ। ਇਸੇ ਕਰਕੇ ਕਬੀਰ ਸਾਹਿਬ ਫਰਮਾਨ ਕਰਦੇ ਨੇ, ਭਾਈ ਸਮਾਂ ਤੇਰੇ ਹੱਥ ਨਹੀਂ ਆਉਣਾ, ਜਿਸ ਵੇਲੇ ਜਮ ਤੇਰੇ ਸਿਰ ਤੇ ਆ ਖੜਨਗੇ ਤਦੋਂ ਰੋਣ ਦਾ ਕੀ ਲਾਭ ਹੋਵੇਗਾ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਜੋ ਜਮ ਆਏ ਕੇਸ ਗਹਿ ਪਕੜੈ ਤਾਂ ਦਿਨ ਕਛ ਨਾ ਵਸਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਕ ਚੋਟਾ ਖਾਏਗਾ। ਤੂੰ ਤੇ ਜੀਵਨ ਦੇ ਵਿੱਚ ਨਾ ਸਿਮਰਨ ਹੀ ਕੀਤਾ, ਨਾ ਸੇਵਾ ਕੀਤੀ, ਨਾ ਕਿਸੇ ਤੇ ਦਇਆ ਕੀਤੀ, ਤੇ ਫਿਰ ਤੇਰੇ ਤੇ ਜਮ ਕਿਵੇਂ ਦਇਆ ਕਰਨਗੇ? ਫਿਰ ਤੈਨੂੰ ਜਮਾਂ ਤੋਂ ਕੌਣ ਬਚਾਵੇਗਾ? ਜਿਸ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ, ਤੈਨੂੰ ਮਾਤ ਲੋਕ ਵਿੱਚ ਘੱਲਿਆ, ਲੇਕਿਨ ਤੇਰਾ ਆਇਆ ਕਿਸੇ ਕੰਮ ਨਾ ਆਇਆ, ਤੇਰਾ ਆਇਆ ਤੂੰ ਸਫਲਾ ਨਾ ਕਰ ਸਕਿਆ। ਜਿਸ ਤਰ੍ਹਾਂ 84 ਲੱਖ ਜੂਨ ਭੋਗ ਕੇ ਤੈਨੂੰ ਪ੍ਰਮਾਤਮਾ ਨੇ ਇਹ ਮਨੁੱਖਾ ਜਨਮ, ਹੀਰੇ ਵਰਗਾ ਜਨਮ ਬਖਸ਼ਿਸ਼ ਕੀਤਾ ਸੀ, ਤੂੰ ਹੀਰੇ ਨੂੰ ਕੋਡੀਆਂ ਦੇ ਭਾਅ ਰੋੜ ਦਿੱਤਾ। ਜੀਵਨੈ ਕੀ ਆਸ ਕਰੇ ਜਮ ਨਿਹਾਰੇ ਸਾਸਾ, ਬਾਜੀ ਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਜੀਵਨੇ ਕੀ ਆਸ ਕਰੇ, ਕਬੀਰ ਸਾਹਿਬ ਫਰਮਾਨ ਕਰ ਰਹੇ ਹਨ, ਜੀਵਨੇ ਕੀ ਆਸ ਕਰੇ ਜਮ ਨਿਹਾਰੇ ਸਾਸਾ। ਇਨਸਾਨ ਦੀ ਭਾਵੇਂ ਜਿੰਨੀ ਮਰਜ਼ੀ ਉਮਰ ਹੋ ਜਾਵੇ, ਇਸ ਦੀ ਜਿਉਣ ਦੀ ਇੱਛਾ ਖਤਮ ਨਹੀਂ ਹੁੰਦੀ। ਬੁੱਢਾ ਹੋ ਕੇ ਅਜੇ ਵੀ ਤੂੰ ਹੋਰ ਸੰਸਾਰ ਵਿੱਚ ਜਿਉਣਾ ਚਾਹੁੰਦਾ ਹੈ, ਜਿਉਣ ਦੀ ਆਸ ਤੇਰੀ ਬਣੀ ਹੋਈ ਹੈ, ਤੇ ਇਧਰ ਕਬੀਰ ਸਾਹਿਬ ਫਰਮਾਨ ਕਰਦੇ ਨੇ, ਭਾਈ ਤੂੰ ਹਲੇ ਵੀ ਜਿਉਣਾ ਚਾਹੁੰਦਾ ਹੈ, ਲੇਕਿਨ ਜਮ ਤੇਰੇ ਸਾਹ ਤੱਕ ਰਿਹਾ ਹੈ। ਭਾਵ ਜਮ ਤੇਰੇ ਸਾਹ ਗਿਣ ਰਿਹਾ ਹੈ ਕਿ ਕਦੋਂ ਤੂੰ ਸਾਹ ਤੇਰੇ ਮੁੱਕਣਗੇ, ਤੇ ਆਉਂਦੀਆਂ ਹਨ ਤੈਨੂੰ ਜਮਾਂ ਦੇ ਫਾਇਦੇ ਤੋਂ ਫਿਰ ਕੌਣ ਬਚਾਵੇਗਾ। ਜਮ ਤੇ ਤੇਰੇ ਸਾਹ ਤੱਕ ਰਿਹਾ ਹੈ, ਲੇਕਿਨ ਤੇਰੀ ਜੀਵਨ ਦੀ ਹਲੇ ਇੱਛਾ ਹੈ। ਸੋ ਕਬੀਰ ਸਾਹਿਬ ਫਰਮਾਨ ਕਰਦੇ ਨੇ, ਕਬੀਰ ਜਗਤ ਜਿਹੜਾ ਜੀਵਨ ਹੈ ਇੱਕ ਖੇਡ ਹੀ ਹੈ। ਇਸ ਖੇਡ ਵਿੱਚ ਜਿੱਤਣ ਲਈ ਪ੍ਰਭੂ ਦੀ ਯਾਦ ਦਾ ਪਾਸਾ ਸਾਨੂੰ ਸੁੱਟਣਾ ਪੈਣਾ ਹੈ। ਪ੍ਰਭੂ ਦੀ ਯਾਦ ਦੀ ਖੇਡ ਜਦੋਂ ਸਾਡੇ ਅੰਦਰ ਸ਼ੁਰੂ ਹੋ ਜਾਵੇਗੀ, ਪ੍ਰਭੂ ਦੀ ਯਾਦ ਸਾਡੇ ਅੰਦਰ ਟਿਕ ਜਾਵੇਗੀ, ਤੇ ਸਾਧ ਸੰਗ ਜੋ ਫਿਰ ਜਿਹੜੇ ਜਮ ਸਾਡੇ ਸਾਹ ਤੱਕ ਰਿਹਾ ਹੈ, ਉਹ ਜਮ ਵੀ ਸਾਨੂੰ ਨਮਸਕਾਰ ਕਰੇਗਾ। ਜੇ ਸਾਡੇ ਅੰਦਰ ਪ੍ਰਭੂ ਪ੍ਰੇਮ ਦੀ ਭਗਤੀ ਸ਼ੁਰੂ ਹੋ ਗਈ, ਫਿਰ ਤੇ ਕਬੀਰ ਸਾਹਿਬ ਜੋ ਸਾਨੂੰ ਸਮਝਾ ਰਹੇ ਹਨ, ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਪ੍ਰਭ ਪਾਸ ਜਨ ਕੀ ਅਰਦਾਸ
तू सच्चा साईं तू रखवाला सदा सदा हों तुध ते आई। वो मेरा मालिक जिस दी असी याद करांगे, जिस दे नाम नाल जुड़ांगे, वो मालिक आप साडी रखिया करेगा, आप साडी बांह फड़ेगा। भाव इस जीवन विच भी, इस मातलोक दे विच भी परमात्मा दे नाम दा ही सारा सानू लेना चाहिदा। बाकी सारे जिन्ने भी हन वो सारे खत्म होने वाले हैं, क्योंकि साध संगत जीओ किसी सियाणे ने आखिया सानू जन्म भी किसी होर ने दिता, सानू कम भी किसी होर ने सिखाया, इथों तिकर की खाना बोलना ते पढ़ना भी किसी होर ने सिखाया। लेकिन साध संगत जो जदों जीवन दी यात्रा खत्म हुई ते दूसरे ही सानू अंत शांति घाट दूसरे ही सानू छड़ के आए। फिर अपना साडे पल्ले की है? अपना साडे पल्ले होना चाहिए प्रभु दे नाम दी बख्शिश, साडे पल्ले प्रभु दे नाम दा सिमरन, प्रभु दे दर दी सेवा, ते साडे हिरदे विच दूसरियां लई दया। जिस प्राणी दे कोल ये चीज़ां हन उस दे नाल आप प्रभु निरंकार वसदा है। सो साध संगत जो अज दे पावन मुखवाग दी विचार आप जी ने सरवण कीती है, पावन विचारां करदियां दासा पासों बेअंत भुलां गलतियां हो गईयां होणगीਆਂ। गुरु अते गुरु दी संगत बख्शण योग है। जे किसी माई भाई दा कोई चंगा सुझाव होवे ते दास नाल संपर्क किया जा सकता है। दास दा ये इंडिया दा नंबर है 8750 10 63 75। आप जी इस नंबर ते दास नाल संपर्क कर सकते हो, जा चकदे टीवी दी वैबसाइट ते भी आप जी अपना कोई भी सुझाव होवे वो दास तिकर पुजा सकते हो। सो आओ सतगुरु पातशाह जी साडे ते मेहर करन, साडे ते बख्शिश करन कि साडी जीवन दी यात्रा परमात्मा दे नाल जुड़ के ही खत्म होवे, ताकि सानू मुड़ मुड़ के जन्म ना लेना पवे। गुरु कृपा करन। पातशाह जी दे चरनां विच इहो अरदास बेनती करिए कि ए लोक सुखिए परलोक सुहेले, नानक हर प्रभ आपे मेले। वाहिगुरु जी का खालसा वाहिगुरु जी की फतेह।